ਦੱਬ ਕੇ ਵਾਹੇ ਤੇ ਰੱਜ ਕੇ ਦੁਨੀਆ ਦਾ ਢਿੱਡ ਭਰਦਾ ਜਾਵੇ। ਦੱਬ ਕੇ ਵਾਹੇ ਤੇ ਰੱਜ ਕੇ ਦੁਨੀਆ ਦਾ ਢਿੱਡ ਭਰਦਾ ਜਾਵੇ। ਜੇਠ ਹਾੜ ਦੀਆਂ ਧੁੱਪਾਂ, ਪੋਹ ਮਾਘ ਦੀਆਂ ਰਾਤਾਂ, ਪਿੰਡੇ ਦੇ ਹੰਡਾਵੇ, ਸੌਣ ਭਾਦੋ ਦੀਆਂ ਬਰਸਾਤਾਂ। ਧਰਤੀ ਦਾ ਉਹ ਜਾਇਆ ਜੋ ਧਰਤੀ ਨੂੰ ਸਜਦਾ ਕਰਦਾ ਜਾਵੇ। ਉਹ ਨੇ ਸਾਡੇ ਕਿਸਾਨ, ਜਿਨ੍ਹਾਂ ਦੇ ਸਵਾਲਾਂ ਨਾਲ ਜੁੜਿਆ ਉਸ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ। PTC ਨਿਊਜ਼ ਦਾ ਇਹ ਖਾਸ ਉਪਰਾਲਾ सोनालिका किसान हेल्पलाइन शो सीजन 4, जिस दे पेशकर्ता ने सोनालिका सिकंदर, पावर्ड बाय धानुका दा सैंपरा लै हाज़र हम है। यह जो नंबर तुहाडी स्क्रीन ते आ रहा है जो कि है 93 195 92 96 9, इस उत्ते तुसीं मिस्ड कॉल कर दिओ या WhatsApp कर दिओ। साडी टीम तुहाडे नाल संपर्क करदी है ते किसानी नाल जुड़े तुहाडे सवाल जाणदी है। ते अज दा विषय है बाघां दी विओतबंदी, जिस बारे गल करन लई साडे नाल पंजाब खेतीबाड़ी यूनीवर्सिटी तो डॉक्टर गुरतेग सिंह ने। डॉक्टर साहब जी आए नो। जी आए नो जी। डॉक्टर साहब पहले तो जानना चाहांगे कि तुसीं ठीक ठाक हो, एकदम परिवार सब सुख सांद? हाँ जी सर, बहुत वधिया जी, ठीक ठाक है जी, तंदुरुस्त। डॉक्टर साहब पहले तो शुरुआत इत्थों करना चाहांगा कि पंजाब विच वपारिक पद्धर लई किहड़े-किहड़े फल जिहड़े ने ओह ढुकवें ने? देखो, वपारिक पद्धर लई ਵਧੇਰੇ ਆਮਦਨ ਲਈ ਜਾਂ ਕਹਿ ਲਈਏ ਕਿ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਵਧਣ ਦੇ ਲਈ ਸਾਡੇ ਕੋਲ ਕਿੰਨੂ ਬਹੁਤ ਵਧੀਆ ਬਦਲ ਹੈ। ਇਸ ਤੋਂ ਇਲਾਵਾ ਅਮਰੂਦ ਦੀ ਅਸੀਂ ਕਾਸ਼ਤ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅੰਬ ਹੋ ਗਿਆ ਸਾਡੇ ਕੋਲ, ਜਾਂ ਫਿਰ ਨਾਖਾਂ ਹੋ ਗਈਆਂ, ਲੀਚੀ ਦੇ ਬਾਗ ਲਾ ਸਕਦੇ ਹਾਂ ਅਸੀਂ, ਮਾਲਟਾ ਲਾ ਸਕਦੇ ਹਾਂ, ਆੜੂ, ਬੇਰ। ਇਹ ਮੁੱਖ ਤੌਰ 'ਤੇ ਵੱਡੇ ਪੱਧਰ 'ਤੇ ਫਲ ਹੈ, ਅਸੀਂ ਇਹਨਾਂ ਨੂੰ ਵਪਾਰਕ ਪੱਧਰ 'ਤੇ ਲਾ ਸਕਦੇ ਹਾਂ। ਇਸ ਤੋਂ ਇਲਾਵਾ ਛੋਟੇ ਪੱਧਰ 'ਤੇ ਸਾਡੇ ਕੋਲ ਆਮਲਾ ਹੋ ਗਿਆ, ਅਲੂਚਾ ਹੋ ਗਿਆ, ਪਪੀਤਾ ਹੋ ਗਿਆ, ਅੰਗੂਰ ਹੋ ਗਿਆ, ਜਾਂ ਅਸੀਂ ਬਾਰਾਂਮਾਸੀ ਨਿੰਬੂ ਜਿਹੜਾ ਹੈਗਾ ਉਹ ਅਸੀਂ ਛੋਟੇ ਪੱਧਰ 'ਤੇ ਲਾ ਸਕਦੇ ਹਾਂ ਪੰਜਾਬ ਦੀ ਖੇਤਾਂ ਦੇ ਵਿੱਚ। मतलब ਇਹ ਉਹ ਫਲ ਨੇ ਜੋ मतलब ਕਿਸਾਨਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਹੋ ਸਕਦੇ ਨੇ ਜੇ ਉਹ ਇਸ ਪਾਸੇ ਆਉਂਦੇ ਨੇ ਫਸਲੀ ਚੱਕਰ ਤੋਂ ਨਿਕਲ ਕੇ। ਬਿਲਕੁਲ ਜੀ। तो डॉक्टर साहब इस शो का जो फॉर्मेट है इस दे विच असी किसानां दे नाल सीधा संपर्क साधते हैं, कॉल के जरिए, वीडियो कॉल के जरिए असी उन्हां नाल जुड़ते हैं। तो पहले कॉलर जिहड़े ने वो साडे नाल जुड़ चुके हैं अपने सवाल दे नाल। उन्हां दा सवाल की है वो जानते हैं। हाँ जी, की नाम है जी तुहाडा, कित्थों बोल रहे हो? मैं जी तहसील मुकेरिया, जिला हुशियारपुर तो बोलदा जी। हाँ जी, अपना नाम की है जी? अजमेर सिंह। अजमेर जी, अपना सवाल पूछो तुसी। हाँ जी सर, मैं पुछना चाहता हैगा कि जिस तरह लीची का बाग लगाना हैगा ते की सरकार कोई सबसिडी दिंदी है? जी डॉक्टर साहब। ਦੇਖੋ, ਲੀਚੀ ਦੇ ਬਾਗ ਲਗਾਉਣ ਲਈ ਜਿਹੜੀ ਤਕਨੀਕੀ ਜਾਣਕਾਰੀ ਹੈ ਤੁਹਾਨੂੰ ਅਸੀਂ ਦੇਣੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਦੇ ਤੌਰ 'ਤੇ। ਪਰ ਜੇ ਅਸੀਂ ਲੀਚੀ ਦਾ ਬਾਗ ਲਗਾਉਣਾ ਚਾਹੁੰਦੇ ਹਾਂ, ਇਹਦੇ ਵਿੱਚ ਵਿੱਤੀ ਸਹਾਇਤਾ ਜਿਹੜੀ ਪੰਜਾਬ ਸਰਕਾਰ ਕੀ ਦੇ ਰਹੀ ਹੈ, ਇਹਦੇ ਵਿੱਚ ਮੈਂ ਤੁਹਾਨੂੰ ਗਾਈਡ ਇਹ ਕਰੂੰਗਾ ਕਿ ਤੁਸੀਂ ਆਪਣੇ ਜ਼ਿਲ੍ਹੇ ਦੇ ਜਿਹੜਾ ਡਿਪਟੀ ਡਾਇਰੈਕਟਰ ਬਾਗਬਾਨੀ ਹੈ ਉਹਦੇ ਨਾਲ ਜਾਂ ਆਪਣੇ ਜਿਹੜੇ ਏਰੀਏ ਦਾ ਨੋਡਲ ਅਫਸਰ ਹੈ HDO ਸਾਹਿਬਾਨ ਨਾਲ ਤੁਸੀਂ ਰਾਬਤਾ ਰੱਖੋ। ਉਹਨਾਂ ਦੇ ਜਾ ਕੇ ਤੁਸੀਂ ਉੱਥੇ ਸਬਸਿਡੀ ਜਿਹੜੀ ਪੰਜਾਬ ਸਰਕਾਰ ਦੀ ਆ ਰਹੀ ਹੈ ਅਤੇ ਉਹ ਬੂਟਿਆਂ ਦੇ ਉੱਪਰ ਵੀ ਕੁਝ ਸਬਸਿਡੀ ਦੇ ਰਹੇ ਹੈ, ਜਾਂ ਫੈਂਸਿੰਗ ਦੇ ਉੱਪਰ ਵੀ ਸਬਸਿਡੀ ਦੇ ਰਹੇ ਹੈ, ਜਾਂ ਟੋਆ ਪਟਾਈ ਦੇ ਭਰਾਈ ਦੇ ਵਿੱਚ ਵੀ, ਅਤੇ ਮਸ਼ੀਨਾਂ ਨਾਲ ਟੋਏ ਪਟਾਉਣ 'ਤੇ। ਇਹ ਉਹਨਾਂ ਨਾਲ ਤੁਸੀਂ ਰਾਬਤਾ ਰੱਖੋ, ਉਹਨਾਂ ਦੇ ਥਰੂ ਜਿਹੜੀ ਹੈਗੀ ਹੈ ਇਹ ਲੀਚੀ ਦੇ ਬਾਗ ਦੀ ਸਬਸਿਡੀ ਤੁਹਾਨੂੰ ਰਿਲੀਜ਼ ਕੀਤੀ ਜਾਵੇਗੀ। ਜੇ ਤਕਨੀਕੀ ਗਿਆਨ ਦੀ ਗੱਲ ਕਰਦੇ ਹਾਂ ਤਾਂ ਲੀਚੀ ਦੇ ਵਿੱਚ ਅਸੀਂ ਦੇਹਰਾਦੂਨ ਕਿਸਮ ਹੈ ਸਾਡੀ, ਜਾਂ ਅਸੀਂ ਕਲਕੱਤੀਆ ਕਿਸਮ ਹੈਗੀ ਹੈ, ਇੱਕ ਸੀਡਲੈਸ ਲੇਟ ਹੈਗੀ ਹੈ। ਇਹ ਕਿਸਮਾਂ ਅਸੀਂ ਜਿਹੜੀਆਂ ਲੀਚੀ ਦੀਆਂ ਆਪਣੇ ਵਪਾਰਕ ਪੱਧਰ 'ਤੇ ਲਾ ਸਕਦੇ ਹਾਂ। ਦੇਹਰਾਦੂਨ ਅਗੇਤੀ ਕਿਸਮ ਹੈ ਜਿਹੜੀ ਕਿ ਆਏ ਸਾਲ ਫਲ ਦਿੰਦੀ ਹੈ ਅਤੇ ਬਹੁਤ ਵਧੀਆ ਗੁਣਵੱਤਾ ਵਾਲੀ ਇਹ ਫਸਲ ਹੈ, ਅਤੇ ਇਹਨੂੰ ਅਸੀਂ ਵਪਾਰਕ ਪੱਧਰ 'ਤੇ ਆਪਾਂ ਹੁਸ਼ਿਆਰਪੁਰ ਜਾਂ ਕਹਿ ਲਈਏ ਜਿਹੜੀ ਸਾਡੀ ਅਰਧ ਪਹਾੜੀ ਇਲਾਕਾ ਹੈ ਪੰਜਾਬ ਦਾ, ਉਹਦੇ ਵਿੱਚ ਅਸੀਂ ਬਾਖੂਬੀ ਇਹਦੀ ਕਾਸ਼ਤ ਵਪਾਰਕ ਪੱਧਰ 'ਤੇ ਕਰ ਸਕਦੇ ਹਾਂ। जी बहुत बहुत धन्यवाद तुहाडा इस कॉल के लिए। मैनूं लगता है कि डॉक्टर साहब वालों पूरी विस्तारपूर्वक तुहानूं जानकारी इस बारे दी गई है। तो डॉक्टर साहब हुण एक होर कॉलर ने जो साडे नाल जुड़ रहे ने, सीधा खेतां तो जुड़ रहे ने, उन्हां दा सवाल की है वो जानते हैं। एक साडा ये सवाल है जी, जो किन्नू है जो गर्मी च अप्रैल मई च बहुत डिगदा है, ਇਹਦਾ ਕੋਈ ਹੱਲ ਸਾਨੂੰ ਦੱਸਿਆ ਜਾਵੇ, ਇਹਦੇ ਕਰਕੇ ਬਹੁਤ ਨੁਕਸਾਨ ਹੁੰਦਾ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ, ਜਿਹੜਾ ਕਿੰਨੂ ਦਾ ਫਲ ਹੈ ਇਹ 3 ਲਹਿਰਾਂ ਦੇ ਵਿੱਚ ਡਿੱਗਦਾ, ਜਿਹੜੀ ਕਿ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ ਜਦੋਂ ਬਰਸਾਤਾਂ 'ਚ ਡਿੱਗਦਾ ਹੈ। ਜਿਹੜੀ ਪਹਿਲੀ ਲਹਿਰ ਹੈ ਇਹਦੀ, ਇਹ ਸਮਝ ਲਓ ਵੀ ਜਦੋਂ ਫਲ ਸੈੱਟ ਹੁੰਦਾ ਹੈ ਅਪ੍ਰੈਲ ਦੇ ਵਿੱਚ, ਉਦੋਂ ਆਉਂਦੀ ਹੈ। ਉਦੋਂ ਮਟਰ ਦੇ ਦਾਣੇ ਜਿੰਨਾ ਜਿਹੜਾ ਫਲ ਉਹ ਡਿੱਗ ਜਾਂਦਾ, ਅਤੇ ਜਿਹੜਾ ਕਿ ਕੁਦਰਤੀ ਹੈ, ਇਹਨੂੰ ਆਪਾਂ ਰੋਕ ਨਹੀਂ ਸਕਦੇ। ਇਹਨੂੰ ਸਮਝ ਲਓ ਵੀ 40 ਤੋਂ 50% ਸਾਡਾ ਫਲ ਜਿਹੜਾ ਉਦੋਂ ਡਿੱਗਦਾ।
ਤੇ ਜਿਹੜਾ ਬਾਕੀ ਫਲ ਰਹਿ ਜਾਂਦਾ ਉਹ ਫਿਰ ਇੱਕ ਅੱਜ ਕੱਲ੍ਹ ਮਈ ਜੂਨ ਦੇ ਵਿੱਚ ਦੂਜੀ ਲਹਿਰ ਆਉਂਦੀ ਹੈ, ਉਦੋਂ ਸਾਡਾ ਫਲ ਡਿੱਗਦਾ ਹੈ। ਤੇ ਤੀਜੀ ਲਹਿਰ ਸਾਡੀ ਜਿਹੜੀ ਬਹੁਤ ਹੀ ਭਿਆਨਕ ਹੁੰਦੀ ਹੈ ਉਹ ਹੁੰਦੀ ਹੈ ਬਰਸਾਤਾਂ ਤੋਂ ਬਾਅਦ, ਸਮਝ ਲਓ ਵੀ ਜੁਲਾਈ ਅਖੀਰ ਤੋਂ ਲੈ ਕੇ ਅਕਤੂਬਰ ਤੱਕ ਜਿਹੜੀ ਜਾਂਦੀ ਹੈ। ਹੁਣ ਇਹਨੂੰ ਰੋਕਥਾਮ ਦੇ ਲਈ ਮੈਂ ਜ਼ਿਮੀਂਦਾਰਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਇਸ ਸਮੱਸਿਆ ਦੇ ਹੱਲ ਲਈ ਸਾਨੂੰ ਜਿਹੜੀ ਵਿਉਂਤਬੰਦੀ ਹੈ ਉਹ ਸਮਝ ਲਓ ਫਲਾਂ ਦੀ ਤੁੜਾਈ ਤੋਂ ਬਾਅਦ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜਿਵੇਂ ਫਰਵਰੀ ਦੇ ਵਿੱਚ ਅਸੀਂ ਫਲ ਤੋੜਿਆ, ਉਦੋਂ ਹੀ ਸਾਨੂੰ ਜਿਹੜੀ ਹੈਗੀ ਆ ਕਾਂਟ ਛਾਂਟ ਰਹਿੰਦੇ ਸਮੇਂ 20 ਫਰਵਰੀ ਤੋਂ ਪਹਿਲਾਂ ਅਸੀਂ 25 ਫਰਵਰੀ ਤੋਂ ਪਹਿਲਾਂ ਨਿਬੇੜ ਲਈਏ ਤਾਂ ਕਿ ਫੁੱਲ ਜਿਹੜਾ 20-22 ਫਰਵਰੀ ਨੂੰ ਆ ਜਾਂਦਾ। ਉਸ ਤੋਂ ਬਾਅਦ ਤੁੜਾਈ ਕਰਨ ਤੋਂ ਬਾਅਦ ਸਾਨੂੰ ਬਲਾਈਟੌਕਸ ਦੀ ਜਿਹੜੀ ਸਪਰੇਅ ਹੈ, ਉਲੜੀ ਨਾਸ਼ਕ ਹੈ ਜਿਹੜਾ, ਉਹ ਸਾਨੂੰ 3 ਗ੍ਰਾਮ 1 ਲੀਟਰ ਪਾਣੀ 'ਚ ਪਾ ਕੇ ਸਾਰੇ ਬੂਟੇ ਨੂੰ ਗੁੜਚ ਕਰਨਾ ਚਾਹੀਦਾ। ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਵੀ ਅਸੀਂ ਇੱਕ ਬਲਾਈਟੌਕਸ ਦੀ ਸਪਰੇਅ ਫੰਜੀਸਾਈਡ ਦੇ ਤੌਰ 'ਤੇ ਕਰਦੇ ਹਾਂ, ਜਾਂ ਅਸੀਂ ਬੋਡੋ ਮਿਸ਼ਰਣ ਆਪਣੇ ਘਰ ਹੀ ਤਿਆਰ ਕਰ ਸਕਦੇ ਹਾਂ, ਜਿਹਦੀ ਕੀ ਮਾਤਰਾ ਤੁਸੀਂ ਜਾਣਦੇ ਆ ਕਿ 2 ਕਿਲੋ ਚੂਨਾ ਜਿਹੜਾ 125 ਲੀਟਰ ਪਾਣੀ 'ਚ ਘੋਲ ਕੇ, 2 ਕਿਲੋ ਨੀਲੋ ਥੋਥਾ 125 ਲੀਟਰ 'ਚ ਪਾਣੀ ਘੋਲ ਕੇ, ਇਹ 250 ਲੀਟਰ ਦਾ ਘੋਲ ਬਣਾ ਕੇ ਅਸੀਂ ਤਾਜ਼ਾ ਜਿਹੜਾ ਹੈਗਾ ਅਪ੍ਰੈਲ 'ਚ ਕਰ ਸਕਦੇ ਹਾਂ। ਇਸ ਤਰ੍ਹਾਂ ਹੀ 3 ਸਪਰੇਆਂ ਅਸੀਂ ਜੁਲਾਈ, ਅਗਸਤ, ਸਤੰਬਰ 'ਚ ਕਰਨੀਆਂ। ਇਸੇ ਵਿਉਂਤਬੰਦੀ ਨਾਲ ਅਸੀਂ ਸਮਝ ਲਓ ਜਿਹੜਾ ਇਹ ਫਲ ਦਾ ਕੇਰ ਹੈ ਕਿੰਨੂ ਦੇ ਵਿੱਚ, ਇਹਨੂੰ ਬਾਖੂਬੀ ਰੋਕ ਸਕਦੇ ਹਾਂ। ਇੱਕ ਧਿਆਨ ਵੀਰੋ ਇਹ ਰੱਖਣਾ ਹੈ ਕਿ ਜਿਹੜਾ ਵੀ ਗਲਿਆ ਸੜਿਆ ਫਲ ਥੱਲੇ ਡਿੱਗਦਾ ਏ ਉਹਨੂੰ ਸਾਨੂੰ ਚੱਕ ਕੇ ਡੂੰਘੇ ਟੋਏ 'ਚ ਡੱਬਣਾ ਚਾਹੀਦਾ, ਜਾਂ ਉਹਦਾ ਕਿਤੇ ਸਾਨੂੰ ਪ੍ਰਬੰਧ ਕਰਨਾ ਚਾਹੀਦਾ ਤਾਂ ਕਿ ਜਿਹੜੀ ਇਨਫੈਕਸ਼ਨ ਹੈ ਉਹ ਸਾਡੇ ਬਾਗ ਵਿੱਚ ਨਾ ਰਹੇ। ਦੂਜੀ ਗੱਲ, ਜਿਹੜੀਆਂ ਡੰਡੀਆਂ ਟਾਹਣੀਆਂ ਅਸੀਂ ਕੱਟੀਆਂ ਏ ਉਹਨਾਂ ਨੂੰ ਅਸੀਂ ਬਾਗ ਦੇ ਵਿੱਚ ਨਾ ਰੱਖੀਏ, ਕਿਉਂਕਿ ਬਰਸਾਤ ਦੇ ਵਿੱਚ ਜਿਹੜੀਆਂ ਉਹਦੀਆਂ ਛਰਾਟੇ ਪਾਣੀ ਦੇ ਉਹ ਗਾਹਾਂ ਅੱਗੇ ਬਾਗ ਦੇ ਵਿੱਚ ਉਲਟੀ ਨੂੰ ਜਿਹੜਾ ਹੈਗਾ ਉਹ ਵਧਾਉਂਦੇ ਆ। ਇਹ ਸਾਨੂੰ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਕੇ ਰੱਖਣਾ ਚਾਹੀਦਾ ਹੈ। ਅਤੇ ਤੀਜੀ ਮੈਂ ਸਮਝਦਾ ਕਿ ਜਿੰਨੀ ਸਾਫ਼ ਸਫਾਈ ਅਸੀਂ ਬਰਸਾਤ ਦੇ ਵਿੱਚ ਕਿੰਨੂ ਦੇ ਬਾਗ ਵਿੱਚ ਕਰ ਲਵਾਂਗੇ, ਉਨਾ ਹੀ ਸਾਡਾ ਜਿਹੜਾ ਫਲ ਹੈ ਉਹ ਘੱਟ ਡਿੱਗੂਗਾ ਅਤੇ ਜਿਹੜਾ ਕੁਦਰਤੀ ਡਿੱਗਦਾ ਹੈ ਉਹ ਸਮਝ ਲਓ ਵੀ ਬਾਗਬਾਨ ਦੇ ਲਈ ਫਾਇਦੇਮੰਦ ਹੈ। ਪਰ ਜਿਹੜਾ ਪ੍ਰੀ ਮੈਚਿਓਰ ਜਿਹੜਾ ਬਰਸਾਤਾਂ ਤੋਂ ਬਾਅਦ ਡਿੱਗਦਾ ਉਹਨੂੰ ਅਸੀਂ ਬਾਖੂਬੀ ਇਸ ਢੰਗ ਤਰੀਕੇ ਨਾਲ ਰੋਕ ਸਕਦੇ ਹਾਂ ਜੀ। ਮੈਨੂੰ ਲੱਗਦਾ ਜੋ ਡਾਕਟਰ ਸਾਹਿਬ ਵੱਲੋਂ ਖਾਸ ਹਦਾਇਤਾਂ ਦਿੱਤੀਆਂ ਗਈਆਂ ਨੇ, ਜੇ ਉਹਨਾਂ ਦਾ ਤੁਸੀਂ ਧਿਆਨ ਰੱਖੋਗੇ ਤੇ ਕਿੰਨੂ ਦਾ ਜਿਹੜਾ ਫਲ ਹੈ ਉਹ ਘੱਟ ਡਿੱਗੇਗਾ। ਇਹਨਾਂ ਹਦਾਇਤਾਂ ਨੂੰ ਬਸ ਤੁਸੀਂ ਫੋਲੋ ਕਰਦੇ ਰਹਿਣਾ। ਤੇ ਸਾਡੇ ਨਾਲ ਡਾਕਟਰ ਸਾਹਿਬ ਅਗਲੇ ਕਾਲਰ ਵੀ ਜੁੜ ਚੁੱਕੇ ਨੇ ਆਪਣੇ ਸਵਾਲ ਦੇ ਨਾਲ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਰ ਜੀ, ਮੇਰਾ ਨਾਮ ਬਰਿੰਦਰ ਸਿੰਘ ਹੈ ਜੀ, ਕਰਪੂਸਲਾ ਜ਼ਿਲ੍ਹਾ ਪਿੰਡ ਕੀਰਾਲੀ ਤੋਂ ਬੋਲਦਾ ਜੀ। ਹਾਂਜੀ, ਆਪਣਾ ਸਵਾਲ ਪੁੱਛੋ ਜੀ। ਹਾਂਜੀ ਸਰ, ਆਪਣੇ ਲਾਏ ਹੋਏ ਅਮਰੂਦਾਂ ਦੇ ਬੂਟੇ 6-7 ਤੇ ਉਹਨਾਂ ਨੂੰ ਸਰ ਜੋ ਫਲ ਲੱਗਦਾ ਵਾ, ਜੋ ਅਮਰੂਦ ਬਣ ਜਾਂਦੇ ਉਹਨਾਂ ਸੁੰਡੀ ਦੀ ਸਮੱਸਿਆ ਬਹੁਤ ਆਉਂਦੀ ਹੈ। ਦੇਖੋ ਜੀ, ਜਿਹੜੀ ਅਮਰੂਦਾਂ ਦੇ ਫਲ ਦੀ ਸੁੰਡੀ ਹੈ ਇਹ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਇਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹੁਣ ਇੱਕ ਪਿਛਲੇ ਸਮੇਂ 'ਚ ਨਵੀਂ ਤਕਨੀਕ ਲਿਆਂਦੀ ਹੈ। ਅਸੀਂ ਘੱਟ ਜ਼ਹਿਰਾਂ ਦੇ ਨਾਲ ਵੀ ਜਿਹੜੀ ਅਮਰੂਦਾਂ ਦੀ ਸੁੰਡੀ ਹੈ ਉਹਦੇ ਉੱਪਰ ਕਾਬੂ ਪਾ ਸਕਦੇ ਹਾਂ। ਇਹਦੀ ਵਿਧੀ ਵਿਧਾਨ ਇਹ ਹੈ ਕਿ ਅਸੀਂ ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਫਰੂਟ ਫਲਾਈ ਟਰੈਪ, ਜਾਂ ਕਹਿ ਲਈਏ ਕਿ ਫਲਾਂ ਦਾ ਟਰੈਪ, ਫਲਾਈ ਟਰੈਪ ਅਸੀਂ ਤਿਆਰ ਕੀਤਾ ਹੈ। ਇਹ ਜਿਹੜਾ ਟਰੈਪ ਹੈ ਵੱਖ-ਵੱਖ ਫਲਾਂ ਦੀ ਸੁੰਡੀ ਨੂੰ ਰੋਕਥਾਮ ਲਈ ਅਸੀਂ ਇਹ ਬੂਟੇ 'ਤੇ ਲਾ ਸਕਦੇ ਹਾਂ। ਤੁਸੀਂ ਅਮਰੂਦ ਦੀ ਗੱਲ ਕਰੀ ਹੈ, ਅਮਰੂਦ ਦੇ ਲਈ ਦੇਖੋ ਬੜਾ ਢੁਕਵਾਂ ਸਮਾਂ ਆ ਰਿਹਾ, ਜੂਨ ਆ ਗਈ ਹੈ, ਅਤੇ ਜਦੋਂ ਜੁਲਾਈ ਦਾ ਪਹਿਲਾ ਹਫ਼ਤਾ ਆਇਆ ਉਦੋਂ ਅਸੀਂ ਇਹ ਬੋਤਲ ਹੈ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਾਂ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ, ਉਸ ਤੋਂ ਅਸੀਂ 120 ਰੁਪਏ ਦੀ ਇਹ ਬੋਤਲ ਸਾਨੂੰ ਮਿਲ ਜਾਂਦੀ ਹੈ। ਇਹ ਬੋਤਲ ਅਸੀਂ ਲੈ ਕੇ ਸਮਝ ਲਓ ਵੀ 6-7 ਫੁੱਟ 'ਤੇ ਅਸੀਂ ਟੰਗ ਦੇਣੀ ਹੈ, ਅਤੇ ਉਹਦੇ ਨਾਲ ਕੀ ਹੋਊਗਾ ਕਿ ਜਿਹੜੀ ਵੀ ਸੁੰਡੀ, ਜਿਹੜੀ ਮਾਦਾ ਸੁੰਡੀ ਨੁਕਸਾਨ ਕਰਦੀ ਹੈ ਸਾਡੀ, ਅਤੇ ਉਹ ਸੁੰਡੀ ਹੈ ਜਿਹੜੀ ਉਹ ਸਾਡਾ ਨੁਕਸਾਨ ਘੱਟ ਕਰੂਗੀ। ਇਹਦੇ ਨਾਲ ਹੁੰਦਾ ਕੀ ਹੈ ਕਿ ਜਿਹੜੇ ਨਰ ਮੱਖੀਆਂ ਉਹ ਸਾਡੀ ਟਰੈਪ, ਜਿਹੜੀ ਫਰੂਟ ਫਲਾਈ ਟਰੈਪ ਉਹਦੇ ਵਿੱਚ ਖਿੱਚੇ ਜਾਂਦੇ ਆ। ਉਹਦੇ ਨਾਲ ਕੀ ਹੁੰਦਾ, ਇਹਨਾਂ ਦਾ ਬਰੀਡਿੰਗ ਰੁਕ ਜਾਂਦੀ ਹੈ ਅਤੇ ਸਾਡੀ ਮੱਖੀ ਹੈ ਜਿਹੜੀ ਅਮਰੂਦਾਂ ਦਾ ਘੱਟ ਨੁਕਸਾਨ ਕਰਦੀ ਹੈ। ਇਹ ਬੋਤਲ ਜਿਹੜੀ 40 ਦਿਨ ਜਿਹੜੀ ਅਸਰ ਕਰਦੀ ਹੈ। ਇੱਕ ਅਮਰੂਦ ਦੇ ਲਈ ਅਸੀਂ ਜੇ ਜੁਲਾਈ 'ਚ ਟੰਗ ਦਈਏ ਤਾਂ ਅਗਸਤ ਦੇ ਪਹਿਲੇ ਹਫ਼ਤੇ ਤੱਕ ਸਾਡਾ ਅਮਰੂਦ ਖਤਮ ਹੋ ਜਾਂਦਾ ਹੈ, ਅਤੇ ਉਹਦੇ ਨਾਲ ਅਸੀਂ ਸਾਰੀਆਂ ਮੱਖੀਆਂ ਜਿਹੜੀਆਂ ਇੱਕ ਬੋਤਲ ਦੇ ਵਿੱਚ ਟਰੈਪ ਕਰ ਲੈਂਦੇ ਹਾਂ। ਸਾਨੂੰ ਕਿਸੇ ਤਰ੍ਹਾਂ ਦੀ ਸਪਰੇਅ ਨਹੀਂ ਕਰਨੀ ਪੈਂਦੀ, ਅਤੇ ਸਾਡੀ ਜਿਹੜੀ ਫਲਾਂ ਦੀ ਮੱਖੀ ਹੈ ਉਹ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦੀ ਹੈ। ਅਤੇ ਦੂਜੀ ਜਿਹੜੀ ਵੱਡੀ ਹਦਾਇਤ ਹੈ ਯੂਨੀਵਰਸਿਟੀ ਦੀ ਉਹ ਇਹ ਹੈ ਕਿ ਜਿੰਨੇ ਵੀ ਗਲੇ ਸੜੇ ਫਲ ਥੱਲੇ ਡਿੱਗਦੇ ਆ
ਉਹਨਾਂ ਨੂੰ ਚੁੱਕ ਕੇ 1.5-2 ਫੁੱਟ ਡੂੰਘੇ ਟੋਏ 'ਚ ਦੱਬਿਆ ਜਾਵੇ ਤਾਂ ਕਿ ਜਿਹੜੀਆਂ ਉੱਥੋਂ ਸੁੰਡੀਆਂ ਨਿਕਲਦੀਆਂ ਉਹ ਅੱਗੇ ਆਪਣੀ ਜਨਨ ਕਿਰਿਆ ਸ਼ੁਰੂ ਕਰਕੇ ਮੱਖੀਆਂ ਬਣ ਕੇ ਆਪਣੇ ਅੱਗੇ ਬੱਚੇ ਨਾ ਪੈਦਾ ਕਰ ਸਕਣ। ਇਸੇ ਤਰ੍ਹਾਂ ਸਾਫ਼ ਸਫਾਈ ਅਸੀਂ ਅਮਰੂਦ ਦੇ ਥੱਲੇ ਰੱਖੀਏ ਤੇ ਅਸੀਂ ਸੁੰਡੀਆਂ ਦਾ ਜਿਹੜਾ ਹੈਗਾ ਬਿਨਾਂ ਕਿਸੇ ਬਹੁਤੀ ਸਪਰੇਅ ਤੋਂ ਬਾਖੂਬੀ ਅਸੀਂ ਜਿਹੜਾ ਕੰਟਰੋਲ ਕਰ ਸਕਦੇ ਹਾਂ। 1 ਏਕੜ ਦੇ ਵਿੱਚ ਅਸੀਂ ਸਮਝਦੇ ਹਾਂ ਕਿ 16 ਕੁ ਬੋਤਲਾਂ ਲੱਗ ਜਾਂਦੀਆਂ ਤੇ ਜੇ 5-6 ਬੂਟੇ ਆ ਤੁਹਾਡੇ ਤਾਂ 1 ਬੋਤਲ ਮੈਂ ਸਮਝਦਾ ਕਿ ਜੇ ਤੁਸੀਂ ਟੰਗ ਲਓ ਤਾਂ ਕਾਫੀ ਹੱਦ ਤੱਕ ਤੁਹਾਡਾ ਜਿਹੜਾ ਫਲਾਂ ਦੀ ਮੱਖੀ ਹੈ ਇਹਦਾ ਅਸੀਂ ਕੰਟਰੋਲ ਜਿਹੜਾ ਬਾਖੂਬੀ ਕਰ ਸਕਦੇ ਹਾਂ ਜੀ। ਤੇ ਇੱਥੇ ਵੇਲਾ ਹੁਣ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਬਾਗਾਂ ਦੀ ਵਿਉਂਤਬੰਦੀ ਨਾਲ ਜੁੜੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਤੁਸੀਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 4। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 4 ਤੇ ਅੱਜ ਦਾ ਸਾਡਾ ਵਿਸ਼ਾ ਹੈ ਬਾਗਾਂ ਦੀ ਵਿਉਂਤਬੰਦੀ, ਜਿਸ ਬਾਰੇ ਗੱਲ ਕਰ ਰਹੇ ਨੇ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਗੁਰਤੇਗ ਸਿੰਘ। ਡਾਕਟਰ ਸਾਹਿਬ, ਹੁਣ ਇੱਕ ਕਿਸਾਨ ਨੇ ਜੋ ਸਿੱਧਾ ਖੇਤਾਂ ਤੋਂ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਡਾਕਟਰ ਸਾਹਿਬ, ਮੇਰੇ ਕੋਲੇ ਕਿੰਨੂ ਤਾਂ ਪਹਿਲਾਂ ਬਹੁਤ ਲੱਗਿਆ ਜੀ, ਕਿੰਨੂ ਦਾ ਬਾਗ। ਹੁਣ ਮੈਂ ਕੋਈ ਨਵਾਂ ਬਾਗ ਲਾਉਣਾ ਚਾਹੁੰਦਾ ਜੀ, ਮੈਨੂੰ ਇਹਦੇ ਬਾਰੇ ਦੱਸੋ ਜੀ, ਕਿਹੜਾ ਬਾਗ ਲਾਇਆ ਜਾਵੇ ਜਿਹਦੇ 'ਚ ਮੈਨੂੰ ਚੰਗਾ ਮੁਨਾਫਾ ਹੋ ਸਕੇ, ਵਧੀਆ ਆਮਦਨ ਹੋ ਸਕੇ। ਦੇਖੋ, ਕਿੰਨੂ ਤੋਂ ਇਲਾਵਾ ਸਾਡੇ ਕੋਲ ਬੜੀਆਂ ਆਪਸ਼ਨਾਂ ਹੈਗੀਆਂ, ਪਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਹਾਨੂੰ ਇਲਾਕਾ ਦੱਸਣਾ ਪਊਗਾ, ਕਿਉਂਕਿ ਇਲਾਕੇ ਮੁਤਾਬਕ ਅਸੀਂ ਫਲ ਦੀ ਜਿਹੜੀ ਚੋਣ ਕਰ ਸਕਦੇ ਹਾਂ। ਨਹੀਂ ਤਾਂ ਮੈਂ ਤੁਹਾਨੂੰ ਮੋਟੇ ਤੌਰ 'ਤੇ ਦੱਸ ਦਿੰਦਾ ਕਿ ਜੇ ਤੁਹਾਨੂੰ ਲੱਗਦਾ ਵੀ ਕਿੰਨੂ ਤੋਂ ਇਲਾਵਾ ਸਾਡੇ ਕੋਲ ਵਪਾਰਕ ਪੱਧਰ 'ਤੇ ਅਮਰੂਦ ਦੀਆਂ ਸਾਡੀਆਂ ਬਹੁਤ ਵਧੀਆ ਕਿਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀਆਂ ਹੋਈਆਂ, ਅਸੀਂ ਅਮਰੂਦ ਲਾ ਸਕਦੇ ਹਾਂ। ਇਸ ਤੋਂ ਇਲਾਵਾ ਜੇ ਅਸੀਂ ਅਰਧ ਪਹਾੜੀ ਖੇਤਰ ਦੇ ਵਿੱਚ ਹੈ ਤਾਂ ਉੱਥੇ ਅਸੀਂ ਲੀਚੀ, ਅੰਬ ਲਾ ਸਕਦੇ ਹਾਂ, ਜਾਂ ਅਸੀਂ ਜਿਹੜਾ ਹੈਗਾ ਕੰਢੀ ਖੇਤਰ 'ਚ ਬੇਰ ਲਾ ਸਕਦੇ ਹਾਂ। ਜੇ ਸਾਡਾ ਅੰਮ੍ਰਿਤਸਰ ਦਾ ਇਲਾਕਾ ਹੈ ਤਾਂ ਉੱਥੇ ਅਸੀਂ ਜਿਹੜੀਆਂ ਹੈਗੀਆਂ ਨਾਖਾਂ ਲਾ ਸਕਦੇ ਹਾਂ। ਅਤੇ ਅਬੋਹਰ ਦੇ ਵਿੱਚ ਵੀ ਅੱਜ ਕੱਲ੍ਹ ਜਿਹੜਾ ਆੜੂ ਹੈ ਜਾਂ ਲੂਚਾ ਹੈ ਜਾਂ ਨਾਖਾਂ ਦਾ ਬਾਗ ਵੀ ਅਸੀਂ ਜਿਹੜਾ ਹੈਗਾ ਉਹ ਵਪਾਰਕ ਪੱਧਰ 'ਤੇ ਲਾ ਸਕਦੇ ਹਾਂ, ਤਾਂ ਕਿ ਕਿੰਨੂ ਦੇ ਨਾਲ ਸਾਨੂੰ ਦੂਜੇ ਫਲਾਂ ਦੀ ਵੀ ਆਮਦਨ ਹੋ ਸਕੇ। ਤੇ ਡਾਕਟਰ ਸਾਹਿਬ, ਇਹਨਾਂ ਦਾ ਇੱਕ ਹੋਰ ਸਵਾਲ ਵੀ ਹੈ, ਉਹ ਵੀ ਵੇਖ ਲੈਣੇ ਕਿ ਕੀ ਹੈ। ਅੱਛਾ ਜੀ, ਨਵਾਂ ਬਾਗ ਲਾਉਣ ਤੋਂ ਪਹਿਲਾਂ ਜੀ ਮੈਨੂੰ ਕਾਹਦਾ ਧਿਆਨ ਰੱਖਣਾ ਚਾਹੀਦਾ, ਕਿਵੇਂ ਟੋਏ ਪੁੱਟਣੇ ਚਾਹੀਦੇ ਹੈ, ਕਿਵੇਂ ਉਹਦੇ 'ਚ ਖਾਦ ਪਾਉਣੀ ਚਾਹੀਦੀ ਹੈ ਜੀ, ਕਿਵੇਂ ਉਹਨੂੰ ਬੰਦ ਕਰਕੇ ਫਿਰ ਕਿਵੇਂ ਬੂਝਾ ਲਗਾਉਣਾ ਚਾਹੀਦਾ ਹੈ, ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ ਜੀ। ਦੇਖੋ, ਬਹੁਤ ਵਧੀਆ ਸਵਾਲ ਹੈ ਕਿ ਬਾਗ ਲਗਾਉਣ ਤੋਂ ਪਹਿਲਾਂ ਵਿਉਂਤਬੰਦੀ ਸਾਨੂੰ ਕਦੋਂ ਤੇ ਕਿਵੇਂ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਵਿਉਂਤਬੰਦੀ ਬਹੁਤ ਅਹਿਮ ਰੱਖਦੀ ਹੈ, ਕਿਉਂਕਿ ਵਿਉਂਤਬੰਦੀ ਦਾ ਭਾਵ ਕੀ ਹੈ ਕਿ ਸਾਡੇ ਕੋਲ ਕਿਹੜੀਆਂ ਲੋੜਾਂ ਸਾਡੀਆਂ ਹੈਗੀਆਂ ਬਾਗ ਲਗਾਉਣ ਦੇ ਵੇਲੇ, ਚਾਹੇ ਉਹ ਜ਼ਮੀਨ ਦੀ ਗੱਲ ਹੋਵੇ, ਚਾਹੇ ਉਹ ਚੰਗੇ ਪਾਣੀ ਦੀ ਗੱਲ ਹੋਵੇ। ਕਈ ਵਾਰ ਸਾਡਾ ਟਿਊਬਵੈੱਲ ਦਾ ਪਾਣੀ ਮਾੜਾ ਹੁੰਦਾ, ਕਿਆ ਸਾਨੂੰ ਨਹਿਰੀ ਪਾਣੀ ਮਿਲ ਰਿਹਾ ਹੈ, ਜਾਂ ਸਾਡੇ ਜ਼ਮੀਨ ਦੇ ਵਿੱਚ ਕੋਈ ਤੇਜ਼ਾਬੀ ਮਾਦਾ ਜ਼ਿਆਦਾ ਤਾਂ ਨਹੀਂ, ਜਾਂ ਅਸੀਂ ਕਹਿ ਲਈਏ ਕਿ ਲੂਣ ਵਾਲੀਆਂ ਜ਼ਮੀਨਾਂ, ਜਾਂ ਅਸੀਂ ਕਹਿ ਲਈਏ ਜਿੱਥੇ ਪਾਣੀ ਖੜ੍ਹਦਾ ਹੈ। ਇਹ ਜ਼ਮੀਨਾਂ ਨੂੰ ਸਾਨੂੰ ਬਾਗ ਦੇ ਲਈ ਨਹੀਂ ਵਰਤਣਾ ਚਾਹੀਦਾ। ਬਾਗ ਦੇ ਲਈ ਜਿਹੜੀ ਜ਼ਮੀਨ ਹੈ ਉਹ ਬੜੀ ਵਧੀਆ ਪੱਧਰੀ ਹੋਣੀ ਚਾਹੀਦੀ ਹੈ, ਉਪਜਾਊ ਹੋਣੀ ਚਾਹੀਦੀ ਹੈ। ਅਤੇ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਕਈ ਵਾਰ ਭੱਠੇ ਵਾਲੀਆਂ ਜ਼ਮੀਨਾਂ ਹੁੰਦੀਆਂ, ਜਿਹੜੇ ਪਾਣੀ ਸਾਡੇ ਬਾਬੇ ਦਾਦੇ ਭੱਠੇ ਲਾਉਣ 'ਤੇ, ਉਹਨਾਂ ਵਿੱਚ ਵੀ ਬਾਗ ਸਾਨੂੰ ਲਾਉਣਾ ਨਹੀਂ ਚਾਹੀਦਾ, ਕਿਉਂਕਿ ਸਾਡੀ ਸਿਫਾਰਿਸ਼ ਹੈ ਕਿ 2 ਮੀਟਰ ਤੋਂ ਥੱਲੇ ਕੋਈ ਵੀ ਸਖਤ ਤਹਿ ਨਹੀਂ ਹੋਣੀ ਚਾਹੀਦੀ, ਅਤੇ 3 ਮੀਟਰ ਤੋਂ ਜਿਹੜਾ ਪਾਣੀ ਉਹ ਥੱਲੇ ਹੋਣਾ ਚਾਹੀਦਾ, ਸੇਮ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਸਾਨੂੰ ਮਿੱਟੀ ਦੀ ਪਰਖ ਕਰਾ ਕੇ ਉਹਦੀਆਂ ਜਿਹੜੀਆਂ ਕੈਮੀਕਲ ਪ੍ਰੋਪਰਟੀਜ਼ ਹੈ, ਜਿਹੜੀਆਂ ਸਾਨੂੰ ਉਹਦੀਆਂ ਰਸਾਇਣਕ ਜਿਹੜੀਆਂ ਕਿਰਿਆਵਾਂ ਅੰਦਰ ਹੋ ਰਹੀਆਂ, ਚਾਹੇ ਉਹ ਕੈਲਸ਼ੀਅਮ ਕਾਰਬੋਨੇਟ ਹੋਵੇ, ਚਾਹੇ ਚੂਨੇ ਦੀ ਮਾਤਰਾ ਹੋਵੇ, ਇਹ ਸਾਨੂੰ ਚਾਹੇ pH ਹੋਵੇ, ਇਹ ਸਾਨੂੰ ਪਰਖ ਕਰਾਉਣ ਤੋਂ ਬਾਅਦ ਪਤਾ ਲੱਗ ਜਾਂਦੀਆਂ। ਇਹ ਸਾਨੂੰ ਜਿਹੜੀਆਂ ਹੈਗੀਆਂ ਜ਼ਰੂਰ ਕਰਾ ਲੈਣੀਆਂ ਚਾਹੀਦੀਆਂ। ਅਤੇ ਦੂਜੀ ਵਿਉਂਤਬੰਦੀ ਦਾ ਜਿਹੜਾ ਇੰਪੋਰਟੈਂਟ ਖਾਸ ਮਹੱਤਤਾ ਵਾਲਾ ਪੱਖ ਹੈ ਕਿ ਸਾਨੂੰ ਬੂਟੇ ਜਿਹੜੇ ਹੈਗੇ ਆ ਭਰੋਸੇਮੰਦ ਵਸੀਲੇ ਤੋਂ ਬੁਕਿੰਗ ਜਿਹੜਾ ਰਹਿੰਦੇ ਸਮੇਂ ਕਰਾ ਲੈਣੀ ਚਾਹੀਦੀ ਹੈ। ਟੋਆ ਪੁੱਟਣ ਦੀ ਗੱਲ ਹੈ, ਉਹਦੇ ਵਿੱਚ 3 ਫੁੱਟ ਜਿਹੜਾ ਡੂੰਘਾ ਟੋਆ, 3 ਫੁੱਟ ਚੌੜਾ ਟੋਆ ਅਸੀਂ ਪੱਟੀਏ। 1.5 ਫੁੱਟ ਵਾਲੀ ਉੱਪਰ ਵਾਲੀ ਮਿੱਟੀ ਜਿਹੜੀ ਹੈਗੀ ਅਸੀਂ ਵਰਤਣੀ ਹੈ, ਥੱਲੇ ਵਾਲੀ ਨਹੀਂ ਵਰਤਣੀ। ਉਹਦੇ ਵਿੱਚ ਅਸੀਂ ਦੇਸੀ ਰੂੜੀ ਗਲੀ ਸੜੀ ਪਾ ਕੇ ਅਸੀਂ ਭਰ ਕੇ ਰਹਿੰਦੇ ਸਮੇਂ, ਜਿਵੇਂ ਕਿ ਬਰਸਾਤਾਂ ਦੇ ਵਿੱਚ ਅਸੀਂ ਜੇ ਕਹਿੰਦੇ ਆ ਬਾਗ ਜਿਹੜਾ ਸਤੰਬਰ ਅਕਤੂਬਰ ਚ ਲਾਉਣਾ, ਸਾਨੂੰ ਅਗਸਤ ਮਹੀਨੇ 'ਚ ਪਹਿਲਾਂ ਹੀ ਇਹ ਵਿਉਂਤਬੰਦੀ ਕਰ ਲੈਣੀ ਚਾਹੀਦੀ ਹੈ। ਸਾਨੂੰ ਟੋਏ ਪੁੱਟ ਕੇ ਭਰ ਕੇ ਮੁੜ ਕੇ ਪਾਣੀ ਲਾ ਦੇਣਾ ਚਾਹੀਦਾ। ਜਦੋਂ ਪਾਣੀ ਲਾ ਕੇ ਥੱਲੇ ਮਿੱਟੀ ਬੈਠ ਗਈ, ਉੱਪਰ ਥੋੜ੍ਹੀ ਮਿੱਟੀ ਹੋਰ ਪਾ ਕੇ ਫਿਰ ਸਾਨੂੰ ਜਿਹੜੀ ਹੈਗੀ ਹੈ
ਕਿੱਲੀਆਂ ਗੱਡ ਕੇ ਪਲਾਂਟਿੰਗ ਬੋਰਡ ਦੇ ਨਾਲ ਜਿਹੜੇ ਬੂਟੇ ਆ ਉਹ ਲਾਉਣੇ ਚਾਹੀਦੇ ਆ। ਉਸ ਤੋਂ ਬਾਅਦ ਤੁਰੰਤ ਸਾਨੂੰ ਪਾਣੀ ਲਾ ਦੇਣਾ ਚਾਹੀਦਾ। ਧਿਆਨ ਇਹ ਜ਼ਰੂਰ ਰੱਖਿਆ ਜਾਵੇ ਕਿ ਪਿਉਂਦੀ ਜੋੜ ਆ ਜਿਹੜਾ ਬੂਟੇ ਦਾ ਉਹ ਮਿੱਟੀ 'ਚ ਨਾ ਦੱਬਿਆ ਜਾਵੇ। ਘੱਟੋ ਘੱਟ 6 ਤੋਂ 8 ਜਾਂ 9 ਇੰਚ ਤੱਕ ਜਿਹੜਾ ਪਿਉਂਦੀ ਜੋੜ ਉੱਪਰ ਹੋਣਾ ਚਾਹੀਦਾ ਹੈ। ਇਹ ਜਿਹੜੇ ਮੋਟੇ ਤੌਰ 'ਤੇ ਵਿਉਂਤਬੰਦੀ ਦੇ ਢੰਗ ਹੈ ਬਾਗ ਲਗਾਉਣ ਤੋਂ ਪਹਿਲਾਂ ਜੀ। ਬਹੁਤ ਹੀ ਵਿਸਤਾਰਪੂਰਵਕ ਡਾਕਟਰ ਸਾਹਿਬ ਨੇ ਤੁਹਾਨੂੰ ਜਾਣਕਾਰੀ ਦਿੱਤੀ ਤੇ ਮੈਨੂੰ ਲੱਗਦਾ ਤੁਹਾਨੂੰ ਸੰਤੋਖਜਨਕ ਜਵਾਬ ਜਿਹੜਾ ਹੈ ਉਹ ਮਿਲ ਗਿਆ ਹੋਵੇਗਾ। ਤੇ ਡਾਕਟਰ ਸਾਹਿਬ ਇੱਕ ਹੋਰ ਕਾਲਰ ਨੇ ਜੋ ਆਪਣੇ ਸਵਾਲ ਦੇ ਨਾਲ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਮੈਂ ਮਾਨਸਾ ਤੋਂ ਬੋਲਦਾ ਸੀ ਜੀ। ਆਪਣਾ ਨਾਂ ਕੀ ਜੀ? ਬਲਵੀਰ ਸਿੰਘ ਸੋਢੀ ਹੈ ਜੀ। ਬਲਵੀਰ ਜੀ, ਆਪਣਾ ਸਵਾਲ ਪੁੱਛੋ। ਸਵਾਲ ਤਾਂ ਇਹ ਸੀ ਜੀ, ਸਾਡੇ ਆਪਣਾ ਨਿੰਬੂ ਲੱਗੇ ਹੋਏ ਆ ਘਰੇ ਜੀ ਬੂਟੇ। ਹੈਲੋ। ਹਾਂਜੀ ਹਾਂਜੀ। ਉਹ ਸਰਦੀਆਂ 'ਚ ਤਾਂ ਬਿਲਕੁਲ ਠੀਕ ਰਹਿੰਦੇ ਜੀ, ਵਧੀਆ, ਮਤਲਬ ਉਹਨਾਂ 'ਚ, ਤੇ ਗਰਮੀਆਂ 'ਚ ਜਦੋਂ ਮਤਲਬ ਫਲ ਤਾਂ ਲੱਗਿਆ ਜੀ ਪਰ ਉਹ 'ਚ ਰਸ ਨਹੀਂ ਮਿਲਦਾ ਜੀ। ਜੀ ਡਾਕਟਰ ਸਾਹਿਬ, ਦੇਖੋ, ਨਿੰਬੂ ਦੇ ਬੂਟਿਆਂ ਦੇ ਵਿੱਚ ਸਾਡੀ ਖਾਸ ਹਦਾਇਤ ਹੈ ਕਿ ਅਸੀਂ ਨਿੰਬੂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਪ੍ਰਮਾਣਿਤ ਕਿਸਮਾਂ ਅਸੀਂ ਉਹੀ ਲਾਈਏ। ਅਸੀਂ ਜਿਹੜੇ ਰੇਹੜੀ ਵਾਲੇ, ਫੇਰੀ ਵਾਲੇ ਜਾਂ ਪ੍ਰਾਈਵੇਟ ਨਰਸਰੀਆਂ ਜਿਹੜੇ ਨਿੰਬੂ ਦੇ ਅੱਜ ਕੱਲ੍ਹ ਬਾਗ ਲਗਾ ਰਹੀਆਂ, ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਿਲਕੁਲ ਕਹਿੰਦੀ ਹੈ ਕਿ ਇੱਦਾਂ ਦੇ ਕਮਰਸ਼ੀਅਲ ਪੱਧਰ 'ਤੇ ਈਵਨ ਘਰ ਦੇ ਵਿੱਚ ਅਸੀਂ ਬਾਗ ਨਾ ਲਾਈਏ। ਸਮੱਸਿਆ ਕੀ ਹੁੰਦੀ ਹੈ ਕਿ ਅਣਪ੍ਰਮਾਣਿਤ ਕਿਸਮਾਂ ਜਿਹੜੀਆਂ ਸਾਡੀਆਂ ਨਿੰਬੂ ਦੀਆਂ ਉਹ ਅਸੀਂ ਘਰਾਂ ਦੇ ਵਿੱਚ ਲਾ ਲੈਂਦੇ ਹਾਂ। ਹੁੰਦਾ ਕੀ ਹੈ ਕਿ ਉਹਦੇ ਵਿੱਚ ਗਰਮੀਆਂ ਦੇ ਵਿੱਚ ਜੂਸ ਨਹੀਂ ਪੈਂਦਾ, ਛਿੱਲੜ ਮੋਟੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਸਾਨੂੰ ਈਵਨ ਖਾਣ ਦੇ ਲਈ ਵੀ ਜਿਹੜਾ ਉਹ ਨਿੰਬੂ ਨਹੀਂ ਮਿਲਦਾ। ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਨਿੰਬੂ ਦੀਆਂ ਜਿਹੜੀਆਂ ਹੈਗੀਆਂ PAU 12 ਮਾਸੀ ਨਿੰਬੂ ਜਾਂ ਪੰਜਾਬ 12 ਮਾਸੀ ਨਿੰਬੂ, ਇਹ ਅਸੀਂ ਲਾ ਸਕਦੇ ਹਾਂ। ਇਸ ਤੋਂ ਇਲਾਵਾ ਕਾਗਜੀ ਨਿੰਬੂ ਬਹੁਤ ਵਧੀਆ ਕਿਸਮ ਹੈ ਸਾਡੀ, ਅਸੀਂ ਉਹਨੂੰ ਵਪਾਰਕ ਪੱਧਰ 'ਤੇ ਜਾਂ ਘਰੇਲੂ ਪੱਧਰ 'ਤੇ ਲਾ ਸਕਦੇ ਹਾਂ। ਜਿਹੜੀਆਂ ਅਣਪ੍ਰਮਾਣਿਤ ਕਿਸਮਾਂ ਉਹਨਾਂ ਵਿੱਚ ਕਈ ਵਾਰ ਜੂਸ ਨਹੀਂ ਪੈਂਦਾ। ਕਈ ਵਾਰ ਕੀ ਹੁੰਦਾ ਕਿ ਸਿਆਲਾਂ ਦੇ ਵਿੱਚ ਜਿਹੜਾ ਫਲ ਹੈ ਬਹੁਤ ਲੱਗਦਾ ਹੈ, ਉਹਦੀ ਵਿਕਰੀ ਦੀ ਸਾਨੂੰ ਸਮੱਸਿਆ ਆ ਜਾਂਦੀ ਹੈ। ਪਰ ਸਾਨੂੰ ਇੱਦਾਂ ਦਾ ਨਹੀਂ ਕੰਮ ਕਰਨਾ ਚਾਹੀਦਾ। ਜਿਹੜੀਆਂ ਅਣਪ੍ਰਮਾਣਿਤ ਕਿਸਮਾਂ ਜਿਨ੍ਹਾਂ ਦੇ ਵਿੱਚ ਗਰਮੀਆਂ 'ਚ ਜੂਸ ਨਹੀਂ ਪੈਂਦਾ ਜਾਂ ਫਲ ਹੈ ਜਿਹੜਾ ਸਿਆਲਾਂ 'ਚ ਜ਼ਿਆਦਾ ਪੈਂਦਾ, ਅਤੇ ਇੱਦਾਂ ਦੀਆਂ ਜਿਹੜੀਆਂ ਅਣਪ੍ਰਮਾਣਿਤ ਕਿਸਮਾਂ ਆਪਾਂ ਨੂੰ ਨਹੀਂ ਲਗਾਉਣੀਆਂ ਚਾਹੀਦੀਆਂ। ਅਸੀਂ ਘੋਖ ਪਰਖ ਕਰਕੇ ਉਹ ਕਿਸਮਾਂ ਦਿੰਦੇ ਹਾਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਪੰਜਾਬ ਦੇ ਲਈ, ਪੰਜਾਬ ਦੇ ਜ਼ਿਮੀਂਦਾਰਾਂ ਦੇ ਲਈ ਲਾਹੇਵੰਦ ਹੋਣ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਵਾਲ ਦੇ ਲਈ। ਅਤੇ ਹੁਣ ਡਾਕਟਰ ਸਾਹਿਬ ਇੱਕ ਹੋਰ ਕਾਲਰ ਨੇ ਜੋ ਸਾਡੇ ਨਾਲ ਜੁੜ ਚੁੱਕੇ ਨੇ ਆਪਣੇ ਸਵਾਲ ਦੇ ਨਾਲ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਇੱਕ ਨਾ ਜੀ ਚੀਕੂ ਦਾ ਪੌਦਾ ਲਾਇਆ ਘਰ। ਹਾਂਜੀ। ਉਹਦੇ 4 ਸਾਲ ਦਾ ਹੋ ਗਿਆ ਜੀ ਪੌਦਾ, ਤੇ ਵਧਿਆ ਫੁੱਲਿਆ ਬਹੁਤ ਹੈ। ਹਾਂਜੀ। ਇਸ ਵਾਰੀ ਉਹਨੂੰ ਗੁੱਛਿਆਂ ਦੇ ਵਿੱਚ ਫਲਾਰਿੰਗ ਬਹੁਤ ਆਈ ਹੈ। ਮੇਰਾ ਖਿਆਲ ਹੈ 250-300 ਗੁੱਛਾ ਹੋਊਗਾ ਜਿਹਦੇ ਵਿੱਚ ਬਹੁਤ ਸਾਰੇ ਫੁੱਲ ਆਏ ਨੇ। ਹਾਂਜੀ। ਲਾਸਟ ਈਅਰ ਵੀ ਇਦਾਂ ਹੀ ਸੀ, ਬਟ ਚੀਕੂ ਨਹੀਂ ਲੱਗਦੇ ਜੀ। ਪਿਛਲੇ ਸਾਲ ਤਾਂ 2 ਹੀ ਲੱਗੇ ਸੀ ਤੇ ਉਦੋਂ ਪਿਛਲੇ ਸਾਲ ਵੀ 2 ਹੀ ਲੱਗੇ ਸੀ। ਇਸ ਵਾਰੀ ਕੋਈ ਨਹੀਂ ਲੱਗਿਆ ਸੀ ਉਹਨਾਂ 'ਚ। ਦੇਖੋ, ਚੀਕੂ ਦੇ ਵਿੱਚ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਾਡੀਆਂ 2 ਸਿਫਾਰਸ਼ ਕਿਸਮਾਂ, ਇੱਕ ਤਾਂ ਕਾਲੀ ਪੱਤੀ ਹੈ, ਇੱਕ ਕ੍ਰਿਕਟ ਬਾਲ ਹੈ। ਜੇ ਤਾਂ ਅਸੀਂ ਕਾਲੀ ਪੱਤੀ ਵੈਰਾਈਟੀ ਲਾਈ ਹੋਈ ਹੈ ਘਰਾਂ, 21 ਬੂਟਾ ਲਾਇਆ ਹੋਇਆ ਹੈ, ਤਾਂ ਸਾਨੂੰ ਇੱਦਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਅਤੇ ਚੌਥੇ 5ਵੇਂ ਸਾਲ ਸਾਡਾ ਜਿਹੜਾ ਫਲ ਹੈ ਉਹ ਬੜਾ ਵਧੀਆ ਟਿਕ ਜਾਂਦਾ ਹੈ। ਪਰ ਜੇ ਅਸੀਂ ਕ੍ਰਿਕਟ ਬਾਲ ਲਾਈ ਹੋਈ ਹੈ ਉਹਦੇ ਵਿੱਚ ਫੁੱਲ ਬਹੁਤ ਆਊਗਾ, ਪਰ ਸਮਝ ਲਓ ਵੀ ਜਿਹੜਾ ਫਲ ਟਿਕਣਾ ਹੈ ਉਹ ਬਹੁਤ ਘੱਟ ਟਿਕਦਾ ਹੈ। ਸਮਝ ਲਓ ਵੀ 1-ਅੱਧਾ% ਟਿਕਦਾ। ਜੇ 100 ਫੁੱਲ ਆਇਆ ਤਾਂ ਉਹਦੇ 'ਚੋਂ 1 ਅੱਧਾ ਟਿਕ ਗਿਆ। ਅਤੇ ਮੈਂ ਤੁਹਾਨੂੰ ਸਲਾਹ ਦਿੰਦਾ, ਹੁਣ ਇਹ ਕਿਸਮ ਜਿਹੜੀ ਹੈਗੀ ਹੈ, ਜੇ ਤਾਂ ਉਹ ਕਾਲੇ ਪੱਤੇ ਆ ਉਹਦੀ, ਜੇ ਉਹਦਾ ਫਰੂਟ ਆਂਡੇ ਵਰਗਾ ਹੈ ਫਿਰ ਤਾਂ ਉਹ ਕਾਲੀ ਪੱਤੀ ਕਿਸਮ ਹੈ। ਜੇ ਕ੍ਰਿਕਟ ਵਾਲਾ ਗੋਲ ਫਰੂਟ ਹੈ ਫਿਰ ਉਹ ਉਦੋਂ ਟਿਕੂਗਾ ਨਹੀਂ ਫਲ। ਉਹਦੇ ਵਿੱਚ ਮੈਂ ਤੁਹਾਨੂੰ ਸਲਾਹ ਦਿੰਦਾ ਕਿ ਇੱਕ 15 ਜਾਂ 18 ਜਾਂ 20 ਫੁੱਟ ਦੀ ਜੇ ਜਗ੍ਹਾ ਹੈਗੀ ਹੈ ਉੱਥੇ ਇੱਕ ਕਾਲੀ ਪੱਤੀ ਦਾ ਬੂਟਾ ਲਾਈਏ ਆਪਾਂ ਉਹ ਕਿਸਮ ਦਾ, ਤਾਂ ਕਿ ਦੋਨਾਂ ਦਾ ਆਪਸ ਦੇ ਵਿੱਚ ਜਦੋਂ ਪਰਾਗ ਹੋਵੇ ਤਾਂ ਦੋਨਾਂ ਨੂੰ ਜਿਹੜਾ ਉਹ ਫਲ ਆ ਸਕਦਾ। ਜੇ ਕ੍ਰਿਕਟ ਬਾਲ ਦਾ ਇਕੱਲਾ ਫਲ ਲਾਇਆ ਹੋਇਆ ਤਾਂ ਉਹਦੇ ਵਿੱਚ ਜਿਹੜੀ ਸਮੱਸਿਆ ਫਲ ਟਿਕਣ ਦੀ ਉਹ ਰਹਿੰਦੀ ਹੈ। ਮੈਂ ਤੁਹਾਨੂੰ ਇਹੀ ਸਲਾਹ ਦਿੰਦਾ ਕਿ ਤੁਸੀਂ ਇਹ ਜੇ ਕ੍ਰਿਕਟ ਬਾਲ ਤੁਹਾਡੀ ਕਿਸਮ ਹੈ ਤਾਂ ਉਹਦੇ ਨਾਲ ਕਾਲੀ ਪੱਤੀ ਦੀ ਕਿਸਮ ਜਿਹੜੀ ਹੈਗੀ ਜ਼ਰੂਰ ਲਾਓ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਵਾਲ ਦੇ ਲਈ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਜਿੱਥੇ ਅਗਾਂਹਵਧੂ ਕਿਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ, ਉੱਥੇ ਹੋਣਗੇ ਟਿਪਸ ਫॉर ਟਰੈਕਟਰ ਵੀ। ਤੁਸੀਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 4। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਤੇ ਜਿਨ੍ਹਾਂ ਦੀ ਸੋਚ ਸੇਧ ਦੇਣ ਵਾਲੀ ਹੋਵੇ, ਜਿਨ੍ਹਾਂ ਦੀ ਸੋਚ ਹੋਰਨਾਂ ਕਿਸਾਨਾਂ ਲਈ ਚਾਨਣ ਮੁਨਾਰਾ ਬਣੇ,
ਉਹ ਸੋਚ ਹੁੰਦੀ ਹੈ ਅਗਾਂਹ ਵਧੂ ਕਿਸਾਨ ਦੀ ਸੋਚ। ਤੇ ਅਜਿਹੇ ਇੱਕ ਅਗਾਂਹ ਵਧੂ ਕਿਸਾਨ ਦੇ ਨਾਲ ਆਓ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਪੰਜਾਬ ਦੇ ਕਿਸਾਨ ਹੁਣ ਫਸਲੀ ਚੱਕਰ ਚੋਂ ਬਾਹਰ ਨਿਕਲ ਕੇ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਵੱਲ ਆਪਣਾ ਧਿਆਨ ਦੇ ਰਹੇ ਨੇ, ਕਿਉਂਕਿ ਕੀਟਨਾਸ਼ਕ ਦਵਾਈਆਂ ਅਤੇ ਪੰਜਾਬ 'ਚ ਪਾਣੀ ਦੇ ਘਟ ਰਹੇ ਪੱਧਰ ਕਾਰਨ ਕਿਸਾਨ ਪਹਿਲਾਂ ਹੀ ਚਿੰਤਤ ਨੇ ਤੇ ਉੱਪਰੋਂ ਸਰਕਾਰ ਵੱਲੋਂ ਨਿਰੰਤਰ ਬਿਜਲੀ ਨਾ ਦੇਣਾ ਕਿਸਾਨਾਂ ਦੀਆਂ ਮੁਸ਼ਕਲਾਂ ਤਿਗਣੀ ਕਰ ਦਿੰਦਾ ਹੈ। ਤੇ ਇਹਨਾਂ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ ਹੁਸ਼ਿਆਰਪੁਰ ਦੇ ਕਿਸਾਨ ਨੇ ਨਵੇਕਲੀ ਪਹਿਲ ਕੀਤੀ ਹੈ। 16 ਏਕੜ ਦੀ ਜ਼ਮੀਨ ਤੇ ਖੇਤੀ ਕਰਨ ਵਾਲਾ ਕਿਸਾਨ ਸੁਰਜੀਤ ਸਿੰਘ ਵੰਨ-ਸਵੰਨੀ ਖੇਤੀ ਕਰਦਾ ਹੈ, ਜਿਸ ਕਾਰਨ ਕਿਸਾਨ ਨੂੰ ਚੋਖਾ ਮੁਨਾਫਾ ਵੀ ਹੋ ਰਿਹਾ ਹੈ। ਦੇਖੋ ਜੀ, ਇਸ ਵੇਲੇ ਕਿਸਾਨੀ ਬਹੁਤ ਜ਼ਿਆਦਾ ਗੰਭੀਰ ਸੰਕਟ 'ਚ ਹੈ। ਐਗਰੀਰੀਅਨ ਕ੍ਰਾਈਸਿਸ ਆ। ਇਹ ਕ੍ਰਾਈਸਿਸ ਕਿਸੇ ਨੇ ਨਹੀਂ ਬਣਾਇਆ, ਅਸੀਂ ਆਪ ਹੀ ਬਣਾਇਆ ਹੋਇਆ ਹੈ, ਕਿਉਂਕਿ ਅਸੀਂ ਮੋਨੋਕਲਚਰ ਅਡਾਪਟ ਕਰ ਲਿਆ। ਜੋ ਕੁਦਰਤੀ ਖੇਤੀ ਆ ਉਹ ਇੱਕ ਜੰਗਲ ਦਾ ਸਿਧਾਂਤ ਆ। ਹਰ ਤਰ੍ਹਾਂ ਦੀ ਖੇਤੀ, ਮਤਲਬ ਜਿਸ ਤਰ੍ਹਾਂ ਜੰਗਲ ਵਿੱਚ ਹਰ ਤਰ੍ਹਾਂ ਦੇ ਬੂਟੇ ਹੁੰਦੇ ਨੇ, ਉਸੇ ਤਰ੍ਹਾਂ ਸਾਨੂੰ ਵੀ ਹਰ ਤਰ੍ਹਾਂ ਦੀ ਕ੍ਰੌਪ ਜਿਹੜੀ ਹੈ ਉਗਾਉਣੀ ਚਾਹੀਦੀ ਹੈ, ਤਾਂ ਕਿ ਇੱਕ ਦੂਜੇ ਨਾਲ ਉਹ ਕੰਪੈਟੇਬਲ ਹੋਵੇ। ਤੀਸਰਾ, ਉਸ ਚੀਜ਼ ਦਾ ਨੁਕਸਾਨ ਸਭ ਤੋਂ ਵੱਡਾ ਆ ਕਿ ਮੋਨੋਕਲਚਰ ਹੋਣ ਦੇ ਨਾਲ ਜਿੰਨੇ ਇਨਸੈਕਟ ਪੈਸਟ ਹੈ ਉਹ ਡਿਵੈਲਪ ਹੋਏ, ਜੋ ਸੋਇਲ ਦੀ ਹੈਲਥ ਹੈ ਉਹ ਸਾਰੀ ਖਰਾਬ ਹੋਈ। ਤੀਸਰਾ, ਇਨਕਮ ਜਿਹੜੀ ਆ ਉਹ ਬਹੁਤ ਜ਼ਿਆਦਾ ਰਿਡਿਊਸ ਹੋ ਗਈ। ਅਸੀਂ ਕਣਕ ਤੇ ਝੋਨਾ ਤਾਂ ਬਣਾ ਲੈਂਦੇ ਹਾਂ, ਦਾਲਾਂ ਸਾਰੀਆਂ ਮੁੱਲ ਲੈਂਦੇ ਹਾਂ, ਸਬਜ਼ੀਆਂ ਸਾਰੀਆਂ ਮੁੱਲ ਲੈਂਦੇ ਹਾਂ, ਹਰ ਚੀਜ਼ ਬਾਕੀ ਦਾ ਮੁੱਲ ਲੈਂਦੇ ਹਾਂ। ਇਹ ਸੋਲੂਸ਼ਨ ਹੀ ਇਹ ਹੈ, ਜਿੰਨੀ ਦੇਰ ਤੱਕ ਅਸੀਂ ਇਸ ਕਣਕ ਝੋਨੇ ਵਾਲੇ ਮੋਨੋਕਲਚਰ 'ਚੋਂ ਬਾਹਰ ਨਹੀਂ ਆਉਂਦੇ, ਜਿੰਨੀ ਦੇਰ ਤੱਕ ਹਰ ਤਰ੍ਹਾਂ ਦੀ ਜੋ ਵੀ ਰਿਕੁਆਇਰਮੈਂਟ ਹੈ, ਸਾਡੀ ਆਪਣੀ ਰਿਕੁਆਇਰਮੈਂਟ ਹੈ, ਆਪਣਾ ਸੋਸਾਇਟੀ ਦੀ ਰਿਕੁਆਇਰਮੈਂਟ ਹੈ, ਹਰ ਕ੍ਰੌਪ ਨਹੀਂ ਗਰੋ ਕਰਦੇ, ਉਨੀ ਦੇਰ ਤੱਕ ਇਸ ਤੋਂ ਬਾਹਰ ਨਹੀਂ ਆ ਸਕਦੇ। ਕਿਸਾਨ ਸੁਰਜੀਤ ਸਿੰਘ ਦਾ ਪੁੱਤਰ ਵੀ ਆਪਣੇ ਪਿਤਾ ਦੀ ਇਸ ਪਹਿਲ ਕਦਮੀ 'ਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦਾ ਹੈ ਤੇ ਹੋਰਨਾਂ ਕਿਸਾਨਾਂ ਨੂੰ ਵੀ ਵੰਨ-ਸਵੰਨੀ ਖੇਤੀ ਵੱਲ ਪ੍ਰੇਰਿਤ ਕਰ ਰਿਹਾ ਹੈ। ਇਹ ਕਹਿ ਸਕਦੇ ਹਾਂ ਕਿ ਇਹ ਸਾਡਾ ਸੈਲਫ ਸਸਟੇਨੇਬਲ ਫਾਰਮ ਹੈ। ਅਸੀਂ, ਮੇਰੇ ਫਾਦਰ ਸਾਹਿਬ ਰਿਟਾਇਰ ਹੋਏ ਆ, ਮੈਂ ਐਕਟਿਵ ਜੌਬ 'ਚ ਛੁੱਟੀ 'ਚ ਕੰਮ ਕਰਦਾ। ਅਸੀਂ ਇੱਥੇ ਆਪਣੀ ਜੇਬੋਂ ਪੱਲਿਓਂ ਨਹੀਂ ਪੈਸਾ ਲਾ ਰਹੇ, ਅਸੀਂ ਇੱਥੋਂ ਕਮਾ ਰਹੇ ਹਾਂ, ਇੱਥੋਂ ਘਰ ਵੀ ਲੈ ਕੇ ਜਾ ਰਹੇ ਹਾਂ। ਸੋ ਕੀਟਨਾਸ਼ਕ ਦਵਾਈਆਂ ਕਾਰਨ ਜ਼ਮੀਨ ਦੇ ਤੱਤਾਂ ਨੂੰ ਖਤਮ ਹੋਣ ਤੋਂ ਰੋਕਣ ਅਤੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹੁਸ਼ਿਆਰਪੁਰ ਦੇ ਕਿਸਾਨ ਦੀ ਪਹਿਲ ਕਦਮੀ ਵਾਕਿਆ ਹੀ ਹੋਰਨਾਂ ਕਿਸਾਨਾਂ ਲਈ ਮਿਸਾਲ ਹੈ। ਪੀਟੀਸੀ ਨਿਊਜ਼ ਲਈ ਹੁਸ਼ਿਆਰਪੁਰ ਤੋਂ ਸਤਪਾਲ ਰਤਨ ਦੀ ਰਿਪੋਰਟ। ਬਈ ਸਲਾਮ ਹੈ ਇਹਨਾਂ ਦੀ ਨਵੇਕਲੀ ਸੋਚ ਨੂੰ। ਤੇ ਹੁਣ ਤੁਸੀਂ ਆਪਣੇ ਸੋਨਾਲੀਕਾ ਟਰੈਕਟਰ ਦੀ ਸਾਂਭ ਸੰਭਾਲ ਕਿਵੇਂ ਕਰ ਸਕਦੇ ਹੋ, ਇਸ ਲਈ ਪੇਸ਼ ਨੇ ਟਿਪਸ ਫॉर ਟਰੈਕਟਰ। ਤੇ ਹੁਣ ਹਮੇਸ਼ਾ ਦੀ ਤਰ੍ਹਾਂ ਇਸ ਸੈਗਮੈਂਟ ਵਿੱਚ ਗੱਲ ਤੁਹਾਡੇ ਫਾਇਦੇ ਦੀ। ਅੱਜ ਗੱਲ ਕਰਾਂਗੇ ਕਿ ਸੋਨਾਲੀਕਾ ਟਰੈਕਟਰ ਦੀ ਮੁਰੰਮਤ ਦੇ ਦੌਰਾਨ ਕਿਸ ਤਰ੍ਹਾਂ ਦੀ ਸੁਰੱਖਿਆ ਤੁਸੀਂ ਅਪਣਾ ਸਕਦੇ ਹੋ। ਸਭ ਤੋਂ ਪਹਿਲਾਂ ਕੋਈ ਵੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੰਜਨ ਨੂੰ ਬੰਦ ਕਰ ਦਿਓ। ਵੈਲਡਿੰਗ ਦਾ ਕੰਮ ਕਰਨ ਤੋਂ ਪਹਿਲਾਂ ਬੈਟਰੀ ਕਨੈਕਸ਼ਨ ਨੂੰ ਹਟਾ ਦਿਓ। ਗਰਮ ਹੋਣ ਤੇ ਰੇਡੀਏਟਰ ਦਾ ਢੱਕਣ ਨਾ ਖੋਲੋ ਜਾਂ ਪਹਿਲਾਂ ਰੇਡੀਏਟਰ ਦੇ ਪ੍ਰੈਸ਼ਰ ਨੂੰ ਕੱਢ ਦਿਓ। ਹਮੇਸ਼ਾ ਟਰੈਕਟਰ ਦੇ ਇੰਜਨ ਦੇ ਅੰਦਰ ਕੂਲੈਂਟ ਦੀ ਵਰਤੋਂ ਕਰੋ। ਹੁਣ ਤੁਹਾਨੂੰ ਦੱਸਦੇ ਹਾਂ ਡੀਜ਼ਲ ਸੇਵਰ ਯੂਨਿਟ ਦੇ ਬਾਰੇ, ਜੋ ਕਿ ਸੋਨਾਲੀਕਾ ਟਰੈਕਟਰਾਂ ਵਿੱਚ ਲੱਗੇ ਹੁੰਦੇ ਨੇ। ਜ਼ਿਆਦਾਤਰ ITL ਇੰਜਨਾਂ ਵਿੱਚ ਡੀਜ਼ਲ ਸੇਵਰ ਯੂਨਿਟ ਲੱਗੀ ਹੁੰਦੀ ਹੈ। ਹਾਈਡ੍ਰੋਲਿਕ ਪੰਪ ਨੂੰ ਮਸ਼ੀਨੀ ਰੂਪ ਵਿੱਚ ਲਗਾਓ ਅਤੇ ਹਟਾਓ, ਇਸ ਨਾਲ ਡੀਜ਼ਲ ਦੀ ਬਚਤ ਹੋਵੇਗੀ। ਇਹ ਸੋਨਾਲੀਕਾ ਦੀ ਆਪਣੀ ਪੇਟੈਂਟ ਤਕਨੀਕ ਹੈ। ਇਸ ਦੇ ਨਾਲ ਹਰ ਘੰਟੇ ਔਸਤਨ 400 ਮਿਲੀਲੀਟਰ ਤੱਕ ਡੀਜ਼ਲ ਦੀ ਬਚਤ ਹੁੰਦੀ ਹੈ, ਜਦੋਂ ਕਿ ਹਾਈਡ੍ਰੋਲਿਕ ਪੰਪ ਨਹੀਂ ਚੱਲਦਾ। ਇਹ ਢੁਆਈ ਵਿੱਚ ਅਤੇ ਜਦੋਂ ਹਾਈਡ੍ਰੋਲਿਕ ਲਿਫਟ ਦੀ ਜ਼ਰੂਰਤ ਨਾ ਹੋਵੇ ਤਾਂ ਬਹੁਤ ਲਾਹੇਵੰਦ ਤਰੀਕਾ ਹੁੰਦਾ ਹੈ। ਬਈ ਅੱਜ ਦੇ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ। ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ ਹੈ 93 195 92 96 9, ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਕਿਸਾਨੀ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ। ਤੇ ਅਗਲੇ ਹਫਤੇ ਦਾ ਜਿਹੜਾ ਵਿਸ਼ਾ ਹੈ ਉਹ ਹੈ ਡੇਰੀ ਫਾਰਮਿੰਗ। ਤੁਸੀਂ ਵੇਖਣਾ ਨਾ ਭੁੱਲਿਓ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 4, ਜਿਸ ਦੇ ਪੇਸ਼ ਕਰਦਾ ਨੇ ਸੋਨਾਲੀਕਾ ਸਿਕੰਦਰ, ਪਾਵਰਡ ਬਾय धानुका दा सैंपरा। ਦਿਓ ਇਜਾਜ਼ਤ, ਰੱਬ ਰਾਖਾ।